ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ ਨਾਲ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬੜੀ ਮਿਹਰਬਾਨੀ ਆਤਿਸ਼ ਤੁਹਾਡੀ। ਚਰਨਜੀਤ ਜੀ 24 ਸਤੰਬਰ ਤੋਂ ਕਿਸਾਨਾਂ ਦਾ ਅੰਦੋਲਨ ਜਿਹੜਾ ਸੀ ਪੰਜਾਬ 'ਚ ਸ਼ੁਰੂ ਹੋਇਆ ਸੀ, ਉਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸੱਦਾ ਦਿੱਤਾ ਸੀ। ਇਸ ਤੋਂ ਇੰਜ ਲੱਗਦਾ ਸੀਗਾ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ, ਪਰ ਅੱਜ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਇਸ ਸੱਦੇ ਨੂੰ ਰੱਦ ਕਰਨ ਦਾ ਫੈਸਲਾ ਜਿਹੜਾ ਹੈ ਐਲਾਨ ਦਿੱਤਾ ਹੈ। ਇਸ ਦੇ ਨਾਲ ਕਿਸਾਨ ਅੰਦੋਲਨ ਜਿਹੜਾ ਇੱਕ ਨਵੇਂ ਪੜਾਅ 'ਚ ਦਾਖਲ ਹੋ ਗਿਆ। ਜੇਕਰ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੱਦਾ ਦੇਣਾ ਅਤੇ ਕਿਸਾਨਾਂ ਦਾ ਇਸ ਸੱਦੇ ਨੂੰ ਰੱਦ ਕਰਨ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਤਿਸ਼ ਠੀਕ ਹੈ ਤੁਹਾਡੀ ਗੱਲ। ਜਿਸ ਤਰ੍ਹਾਂ ਤੁਸੀਂ ਕਿਹਾ ਇਸ ਨੂੰ ਦੋ ਪੜਾਵਾਂ ਦੇ ਵਿੱਚ ਕਿ ਇਸ ਨੂੰ ਪਹਿਲਾਂ ਕੇਂਦਰ ਵੱਲੋਂ ਗੱਲਬਾਤ ਲਈ ਕਿਸਾਨ ਧਿਰਾਂ ਨੂੰ ਸੱਦਣਾ ਅਤੇ ਦੂਸਰਾ ਕਿਸਾਨਾਂ ਵੱਲੋਂ ਅੱਜ ਹੀ ਤਕਰੀਬਨ 2 ਘੰਟੇ ਪਹਿਲਾਂ ਹੀ ਇਸ ਫੈਸਲੇ ਨੂੰ, ਇਸ ਗੱਲਬਾਤ ਨੂੰ ਰੱਦ ਕਰਨਾ। ਇਹਨੂੰ ਅਸੀਂ 2-3 ਐਂਗਲਾਂ ਤੋਂ ਦੇਖਾਂਗੇ। ਪਹਿਲੀ ਗੱਲ ਤਾਂ ਆਤਿਸ਼ ਇਹ ਹੈ ਕਿ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਕੋਈ ਖੁਸ਼ੀਆਂ ਦੇ ਮੌਕੇ ਵੀ ਹੁੰਦੇ ਸੀ ਕਿ ਨਾ, ਈਵਨ ਕਿ ਪਿੰਡਾਂ ਦੇ ਵਿੱਚ ਇੱਕ ਪੁਰਾਣਾ ਕਲਚਰ ਸੀਗਾ ਕਿ ਗੰਢ ਭੇਜਣ ਦਾ। ਅਤੇ ਗੰਢ ਭੇਜਣ ਦਾ ਵੀ ਇੱਕ ਐਥਿਕਸ ਸੀਗੇ, ਮਤਲਬ ਉਹਦੇ ਵਿੱਚ ਇੱਕ ਮੋਹ ਹੁੰਦਾ ਸੀ। ਜਦੋਂ ਕੋਈ ਸੱਦਾ ਭੇਜਣਾ ਕਿਸੇ ਨੂੰ, ਕਿ ਇੱਕ ਬੰਦਾ ਲਾਗੀ ਜਿਸ ਨੂੰ ਭੇਜਿਆ ਜਾਂਦਾ ਸੀਗਾ, ਉਹ ਇੱਕ ਪ੍ਰੋਪਰ ਸੱਦਾ ਦਿੰਦਾ ਸੀਗਾ ਨਾ, ਸਾਰੀ ਫੈਮਿਲੀ ਨੂੰ, ਉਸਦੇ ਅਗਲੇ ਲਾਣੇ ਵਾਣੇ ਨੂੰ, ਸਾਰਿਆਂ ਨੂੰ ਸੱਦਾ ਸੀ। ਪਰ ਜਿਹੜਾ ਇਹ ਕੇਂਦਰ ਦਾ ਸੱਦਾ ਹੈਗਾ, ਇਹ ਮੈਂ ਇਹਨੂੰ ਇੱਕ ਰਸਮੀ ਖਾਨਾ ਪੂਰਤੀ ਕਹਿ ਲਓ ਜਾਂ ਰਸਮੀ ਸੱਦਾ ਕਹਿ ਲਓ, ਜਿਵੇਂ ਆਪਾਂ ਕਿਸੇ ਨੂੰ ਵਟਸਐਪ 'ਤੇ ਸੁਨੇਹਾ ਭੇਜ ਦਿੰਦੇ ਹਾਂ ਜਾਂ ਈਮੇਲ ਕਰ ਦਿੰਦੇ ਹਾਂ, ਉਸ ਤਰ੍ਹਾਂ ਦਾ ਸੱਦਾ ਹੈਗਾ। ਪਰ ਇਸ ਸੱਦੇ ਤੋਂ ਪਹਿਲਾਂ ਇਹ ਨਹੀਂ ਕਿ ਗੌਰਮੈਂਟ ਨੇ ਅਚਨਚੇਤੇ ਸੋਚ ਲਿਆ ਹੋਵੇਗਾ ਕਿ ਹੁਣ ਅਸੀਂ ਕਿਸਾਨਾਂ ਨੂੰ ਕਾਲ ਕਰਨਾ ਗੱਲਬਾਤ ਲਈ। ਉਸ ਤੋਂ ਪਹਿਲਾਂ ਕਈ ਪੜਾਵਾਂ ਦੇ ਵਿੱਚ ਦੀ ਜਿਹੜੀ ਸੈਂਟਰ ਗੌਰਮੈਂਟ ਗੁਜ਼ਰੀ ਹੈ, ਜਿਸ ਨੇ ਪੰਜਾਬ ਨੂੰ ਨਾਪਿਆ, ਦੇਖਿਆ, ਤੋਲਿਆ ਪਹਿਲਾਂ, ਉਸ ਤੋਂ ਬਾਅਦ ਇਹ ਗੱਲਬਾਤ ਦਾ ਸੱਦਾ ਭੇਜਿਆ, ਚਾਹੇ ਰਸਮੀ ਸਹੀ। ਪਹਿਲੇ ਪੜਾਅ 'ਚ ਤਾਂ ਆਤਿਸ਼ ਇਹ ਸੀ ਕਿ ਜਦੋਂ ਖੇਤੀ ਕਾਨੂੰਨ ਬਣ ਗਏ ਸੀਗੇ ਤਾਂ ਫਸਟ ਸਟੇਜ ਦੇ ਵਿੱਚ ਗੌਰਮੈਂਟ ਨੇ, ਤੁਹਾਡੇ ਯਾਦ ਹੋਏਗਾ ਕਿ ਉਹਨਾਂ ਟਾਈਮਾਂ ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪੰਜਾਬੀ ਦੇ ਵਿੱਚ ਕਈ ਟਵੀਟ ਕੀਤੇ ਸੀ। ਅਤੇ ਉਹਦੇ ਨਾਲ ਹੀ ਹਰਦੀਪ ਪੁਰੀ ਜੀ ਮਿਨਿਸਟਰ ਸੈਂਟਰ ਦੇ, ਉਹ ਵੀ ਪੰਜਾਬ ਆਏ ਸੀਗੇ। ਅਤੇ ਕੱਲ੍ਹ ਜਿਹੜਾ ਸੋਮ ਪ੍ਰਕਾਸ਼ ਜੀ ਮਿਨਿਸਟਰ ਨੇ, ਦਿਨੇਸ਼ ਬੱਬੂ ਇਹਨਾਂ ਦੇ ਆਗੂ ਨੇ, ਉਹਨਾਂ ਨੇ ਟਰੈਕਟਰ ਮਾਰਚ ਕੀਤਾ ਪਠਾਨਕੋਟ ਵਾਲੀ ਸਾਈਡ। ਤਾਂ ਉਹ ਇੱਕ ਕੜੀ ਸੀਗੀ। ਇਸ ਤਰ੍ਹਾਂ ਜੈਨੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾ ਦੇਣਾ, ਜਿਹੜੇ ਸੁਰਜੀਤ ਜੈਨੀ ਜੀ ਨੇ, ਐਕਸ ਮਿਨਿਸਟਰ ਨੇ ਪੰਜਾਬ ਦੇ, ਤਾਂ ਉਹ ਕੜੀ ਸੀਗੀ ਇੱਕ ਸਾਰੀ। ਉਹਦੇ ਵਿੱਚ ਦੇਖਿਆ ਜਾ ਰਿਹਾ ਸੀਗਾ ਕਿ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਸੀ ਉਹ, ਕਿ ਦੇਖੋ ਇਹਨਾਂ ਨੂੰ ਥੋੜ੍ਹਾ ਬਹੁਤਾ ਲਿਪਾ ਪੋਚੀ ਕਰੋ, ਇਹਨਾਂ ਨੂੰ ਦੱਸੋ ਕਿ ਕਾਨੂੰਨ ਅੱਛੇ ਨੇ ਸਾਰੇ। ਸੈਕਿੰਡ ਪੜਾਅ ਦੇ ਵਿੱਚ ਇਹ ਸ਼ੁਰੂਆਤ ਕੀਤੀ ਕਿ ਜਿਹੜੀ ਪਰਚੇਜ਼ ਹੈ ਪੈਡੀ ਦੀ, ਉਹ 4-5 ਦਿਨ ਪਹਿਲਾਂ ਅਨਾਊਂਸ ਕਰ ਦਿੱਤੀ। ਪਰਚੇਜ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ, ਉਹ 26 ਤੋਂ ਇਹਨਾਂ ਨੇ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ। ਤਾਂ ਉਹਦੇ ਵਿੱਚ ਸੈਂਟਰ ਗੌਰਮੈਂਟ ਇੱਕ ਦੇਖਣਾ ਚਾਹੁੰਦੀ ਸੀ ਕਿ ਜਿਹੜੇ ਪੰਜਾਬ ਦੇ ਕਿਸਾਨ ਹੈ, ਕਿ ਜਿਸ ਤਰ੍ਹਾਂ ਅਸ਼ਵਨੀ ਕੁਮਾਰ ਜਿਹੜੇ ਨੇ ਸਟੇਟ ਪ੍ਰੈਜ਼ੀਡੈਂਟ ਹੈ ਭਾਜਪਾ ਦੇ, ਉਹ ਵੀ ਕਹਿੰਦੇ ਸੀ ਕਿ ਜਦੋਂ ਖਰੀਦ ਸ਼ੁਰੂ ਹੋ ਜਾਏਗੀ ਤੁਹਾਡੀਆਂ ਅੱਖਾਂ ਨੂੰ ਚਾਨਣ ਹੋ ਜਾਏਗਾ ਪੰਜਾਬ ਦੇ ਕਿਸਾਨਾਂ ਨੂੰ। ਤਾਂ ਸੈਂਟਰ ਨੂੰ ਇੱਕ ਭੁਲੇਖਾ ਸੀਗਾ ਕਿ ਜਦੋਂ ਖਰੀਦ MSP 'ਤੇ ਸ਼ੁਰੂ ਹੋਏਗੀ ਤਾਂ ਕਿਸਾਨ ਹੈ ਜਿਹੜੇ ਉਹ ਕਨਵਿੰਸ ਹੋ ਜਾਣਗੇ। ਅਤੇ ਸੈਕਿੰਡ ਇਹ ਸੀ ਕਿ ਵਾਢੀ ਸ਼ੁਰੂ ਹੋਏਗੀ ਤਾਂ ਨਾਲ ਦੀ ਨਾਲ ਜਿਹੜੇ ਕਿਸਾਨ ਹੈ ਉਹ ਖੇਤਾਂ 'ਚ ਜੁਟ ਜਾਣਗੇ, ਅਤੇ ਜਿਹੜੇ ਕਿਸਾਨ ਅੰਦੋਲਨਾਂ ਦੀ ਭੀੜ ਹੈ ਉਹ ਛੋਟੀ ਹੋ ਜਾਏਗੀ, ਜਾਂ ਉਹ ਅੰਦੋਲਨ ਹੈ ਜਿਹੜੇ ਮੱਠੇ ਪੈ ਜਾਣਗੇ। ਪਰ ਹੋਇਆ ਕੀ ਕਿ ਸਾਡੇ ਇੱਥੇ ਸੀਜ਼ਨ ਵੀ ਸ਼ੁਰੂ ਹੋ ਗਿਆ, ਵਾਢੀ ਵੀ ਸ਼ੁਰੂ ਹੋ ਗਈ, ਪਰਚੇਜ ਵੀ ਸ਼ੁਰੂ ਹੋ ਗਈ, ਪਰ ਇਸ ਦੇ ਬਾਵਜੂਦ ਜਿਹੜਾ ਅੰਦੋਲਨਾਂ ਦਾ ਰੌਂ ਹੈ ਜਾਂ ਜਲਾਓ ਹੈ ਉਹ ਘਟਿਆ ਨਹੀਂ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਵੀ ਇਹ ਚਿੰਤਾ ਵਾਲੀ ਗੱਲ ਹੈ। ਅਤੇ ਮੇਨ ਟਾਈਮ ਕੀ ਹੋਇਆ ਕਿ ਜਿਹੜੀ ਜਥੇਬੰਦੀਆਂ ਨੇ ਭਾਜਪਾ ਦੇ ਲੀਡਰਾਂ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਾਰਪੋਰੇਟ ਅਦਾਰਿਆਂ ਦਾ ਜਿਹੜਾ ਘੇਰਾਬੰਦੀ ਸ਼ੁਰੂ ਕਰ ਦਿੱਤੀ। ਤਾਂ ਉਹਦੇ ਨਾਲ ਇੱਕ ਪ੍ਰੈਸ਼ਰ ਕਿਤੇ ਨਾ ਕਿਤੇ ਕਾਰਪੋਰੇਟ ਦਾ ਬਿਲਡ ਹੋਇਆ ਹੋਏਗਾ, ਕਿਉਂਕਿ ਉਹਨਾਂ ਦੇ ਕਾਰੋਬਾਰ ਰੁਕ ਗਈ। ਸੈਕਿੰਡ ਜਿਹੜਾ ਭਾਜਪਾ ਦੇ ਲੋਕਲ ਸਟੇਟ ਦੇ ਆਗੂ ਹੈ, ਉਹਨਾਂ ਦਾ ਜਿਹੜਾ ਘਰੋਂ ਨਿਕਲਣਾ ਦੁੱਬਰ ਹੋ ਗਿਆ ਇੱਕ ਤਰ੍ਹਾਂ ਦਾ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਇਸ ਨੂੰ ਆਪਾਂ ਨੂੰ ਥੋੜ੍ਹਾ ਬਹੁਤਾ ਡਾਇਲੋਗ ਹੈ ਜਿਹੜਾ ਉਹ ਸ਼ੁਰੂ ਕਰਨਾ ਬਣਦਾ ਹੈ। ਜਿਸ ਤਰ੍ਹਾਂ ਦਾ ਸਾਡੇ ਪ੍ਰਾਈਮ ਮਿਨਿਸਟਰ ਦਾ ਸੁਭਾਅ ਹੈਗਾ, ਉਹ ਕਿਤੇ ਵੀ ਸਾਨੂੰ ਜਿੰਨੇ ਕੁ ਟਾਈਮ 'ਚ ਇੱਕ ਇਹ ਨੈਗੇਟਿਵ ਗੱਲ ਪਿਛਲੇ ਟਾਈਮ 'ਚ ਦੇਖਣ ਨੂੰ ਮਿਲੀ ਹੈ ਕਿ ਉਹ ਡਾਇਲੋਗ ਵਾਲਾ ਨਹੀਂ ਰਿਹਾ ਕਿਤੇ ਵੀ। ਜਿਵੇਂ ਹੁਣ ਖੇਤੀ ਕਾਨੂੰਨ ਹੈ, ਇਹ ਖੇਤੀ ਕਾਨੂੰਨ ਹੈ ਜਿਹੜੇ ਪਹਿਲਾਂ ਆਰਡੀਨੈਂਸ ਆਇਆ, ਕਾਨੂੰਨ ਬਣਿਆ, ਇਹ ਕੋਈ ਰਾਤੋਂ ਰਾਤ ਨਹੀਂ ਆਏ।
ਡਾਇalogue ਪਹਿਲਾਂ 2008 ਤੋਂ ਸ਼ੁਰੂ ਹੋ ਗਿਆ ਸੀਗਾ ਇੱਕ ਤਰ੍ਹਾਂ ਦਾ, ਜਦੋਂ UPA ਸਰਕਾਰ ਸੀ ਉਦੋਂ ਐਗਰੀਕਲਚਰ ਰਿਫਾਰਮ ਦੇ ਨਾਂ ਹੇਠ ਇੱਕ ਗੱਲਬਾਤ ਚੱਲ ਰਹੀ ਸੀਗੀ। ਪਰ ਹੋ ਸਕਦਾ UPA ਸਮਝਦੀ ਹੋਵੇਗੀ ਕਿ ਥੋੜ੍ਹਾ ਬਹੁਤਾ ਇਸ 'ਤੇ ਹਜੇ ਵਰਕ ਕਰਨ ਦੀ ਲੋੜ ਹੈ, ਕਿਉਂਕਿ ਇਸ਼ੂ ਵੱਡਾ ਹੈਗਾ। ਪਰ ਇਹਨਾਂ ਨੇ ਤਾਂ ਜਦੋਂ ਕਰੋਨਾ ਵਾਲੀ ਪੀੜ 'ਚ ਪਹਿਲਾਂ ਨਹੀਂ ਡਾਇਲੋਗ ਕੀਤਾ। ਅਗਰ ਪਹਿਲਾਂ ਡਾਇਲੋਗ ਕੀਤਾ ਹੁੰਦਾ ਐਕਸਪਰਟਸ ਦੇ ਨਾਲ, ਕਿਸਾਨਾਂ ਦੀਆਂ ਧਿਰਾਂ ਨਾਲ, ਸਟੇਟਾਂ ਨਾਲ, ਤਾਂ ਹੋ ਸਕਦਾ ਸ਼ਾਇਦ ਇਹ ਨੌਬਤ ਨਾ ਆਉਂਦੀ। ਕਿਉਂਕਿ ਜੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਅਲੱਗ-ਅਲੱਗ ਪੱਖ ਜਾਣਦੇ ਹੋ ਤਾਂ ਉਹਦੇ ਵਿੱਚੋਂ ਫਿਰ ਇੱਕ ਤੁਸੀਂ ਕਨਕਲੂਜ਼ਨ ਕੱਢਦੇ ਹੈਗੇ। ਉਦੋਂ ਨਹੀਂ ਡਾਇਲੋਗ ਕੀਤਾ। ਉਦੋਂ ਪਹਿਲਾਂ ਹੋਰ ਕਿੱਡੇ ਵੱਡੇ ਫੈਸਲੇ ਹੈ, 370 ਵਾਲਾ ਹੈਗਾ, ਅਤੇ ਦੂਸਰਾ ਨੋਟਬੰਦੀ ਵਾਲਾ ਹੈਗਾ, GST ਵਾਲਾ ਹੈਗਾ। ਇੰਨੇ ਸੈਂਸੀਟਿਵ ਜਿਹੜੇ ਪੂਰੇ ਮੁਲਕ ਨਾਲ ਜੁੜੇ ਹੋਏ ਫੈਸਲੇ ਸੀ, ਆਰਥਿਕਤਾ ਨਾਲ ਜੁੜੇ ਹੋਏ ਫੈਸਲੇ ਸੀ, ਉਹਨਾਂ 'ਤੇ ਕਿਸੇ ਕਿਸਮ ਦਾ ਡਾਇਲੋਗ ਨਹੀਂ ਹੋਇਆ। ਕਿਉਂਕਿ ਸਾਡੇ ਇੱਕ ਪ੍ਰਧਾਨ ਮੰਤਰੀ ਦਾ ਇੱਕ ਨੇਚਰ ਬਣ ਗਈ ਹੈਗੀ ਹੈ, ਜਿਵੇਂ ਵਿਰੋਧੀ ਧਿਰਾਂ ਵੀ ਕਹਿੰਦੀਆਂ ਕਿ ਮਨ ਕੀ ਬਾਤ, ਕਿ ਵਨ ਸਾਈਡ ਡਾਇਲੋਗ ਹੁੰਦਾ, ਕਿ ਸੁਣਾਇਆ ਜਾਂਦਾ ਹੈਗਾ। ਇਹ ਵੀ ਹੈ ਕਿ ਪਹਿਲੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕਿ ਹਾਰਡਲੀ ਇੱਕ 2019 ਦੇ ਵਿੱਚ ਕੀਤੀ ਸੀ, ਕਿ ਉਦੋਂ ਵੀ ਜ਼ਿਆਦਾ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਸੀ ਦਿੱਤੇ, ਅਮਿਤ ਸ਼ਾਹ ਦੀ ਝੋਲੀ ਪਾਤੇ ਸੀਗੇ। ਤਾਂ ਇਹ ਜਿਹੜੇ ਡਾਇਲੋਗ ਹੁਣ ਸ਼ੁਰੂ ਕੀਤਾ ਹੈਗਾ, ਇਹ ਰਸਮੀ ਡਾਇਲੋਗ ਤਾਂ ਹੈਗਾ, ਪਰ ਇਹਦੇ ਵਿੱਚ ਵੀ ਸਿੰਸੈਰਿਟੀ ਨਹੀਂ ਕਿਤੇ। ਦੇਖੋ ਕਿਸਾਨ ਧਿਰਾਂ ਨੂੰ ਵੀ ਜਿਹੜਾ ਆਬਜੈਕਟ ਹੋਇਆ ਇਹ ਡਾਇਲੋਗ, ਉਹ ਇਸੇ ਕਰਕੇ ਹੀ ਹੋਇਆ ਨਾ, ਕਿ ਇੱਕ ਸੈਕਟਰੀ ਐਗਰੀਕਲਚਰ ਨੇ ਇਹ ਲੈਟਰ ਤੁਹਾਨੂੰ ਈਮੇਲ ਕਰ ਦਿੱਤੀ, ਉਹ ਵੀ ਕੁਛ ਕਿਸਾਨ ਧਿਰਾਂ ਨੂੰ। ਹੁਣ ਪਹਿਲੀ ਗੱਲ ਤਾਂ ਇਹ ਵੀ ਕਿਸਾਨ ਤਾਂ ਚਲੋ ਠੀਕ ਹੈ ਚਲੇ ਜਾਣਗੇ, ਕੀ ਉਹ ਸੈਕਟਰੀ ਸਮਰੱਥਾ ਹੈ ਫੈਸਲੇ ਲੈਣ ਦੇ? ਮੰਨ ਲਓ MSP ਦੇ ਮਾਮਲੇ 'ਤੇ ਗੱਲ ਹੁੰਦੀ ਹੈ, ਕਿਉਂਕਿ ਉਹਨੂੰ ਤਾਂ ਬੌਸ ਤੋਂ ਪੁੱਛ ਕੇ ਗੱਲ ਕਰਨੀ ਹੈ ਨਾ ਆਪਣੇ ਤੋਂ। ਅਗਰ ਸਿੰਸੈਰਿਟੀ ਹੁੰਦੀ ਤਾਂ ਪ੍ਰੋਪਰ ਕਮੇਟੀ ਬਣਦੀ, ਜਿਹਦੇ ਵਿੱਚ ਸੀਨੀਅਰ ਉਹਨਾਂ ਦੇ ਮਿਨਿਸਟਰ ਹੁੰਦੇ। ਜੇ ਪ੍ਰਾਈਮ ਮਿਨਿਸਟਰ ਨਹੀਂ ਤਾਂ ਸੀਨੀਅਰ ਮਿਨਿਸਟਰ ਹੁੰਦਾ, ਕੋਈ ਐਗਰੀਕਲਚਰ ਮਿਨਿਸਟਰ ਹੋ ਸਕਦਾ ਹੈ, ਕੋਈ ਹੋਰ ਮਿਨਿਸਟਰ ਹੋ ਸਕਦਾ। ਇੱਕ ਟੀਮ ਬਣਦੀ, ਉਹਦਾ ਇੱਕ ਏਜੰਡਾ ਹੁੰਦਾ ਕਿ ਇਹਨਾਂ 'ਤੇ ਅਸੀਂ ਗੱਲ ਕਰਦੇ। ਫਿਰ ਦੂਸਰੀ ਜਿਹੜੀ ਉਹਦੀ ਇਬਾਰਤ ਹੈ ਚਿੱਠੀ ਦੀ, ਉਹ ਠੀਕ ਨਹੀਂ। ਉਹਦੇ ਵਿੱਚ ਟੋਟਲੀ ਇਹ ਗੱਲ ਲਿਖੀ ਗਈ ਹੈ ਕਿ ਤੁਹਾਨੂੰ ਅਸੀਂ ਜਿਹੜੇ ਐਕਟ ਹੈਗੇ ਨੇ, ਕਾਨੂੰਨ ਹੈ ਸੌਰੀ, ਉਹਨਾਂ ਬਾਰੇ ਅਸੀਂ ਖੋਲ੍ਹ ਕੇ ਤੁਹਾਡੇ ਜਿਹੜੇ ਤੌਖਲੇ ਆ ਉਹ ਦੂਰ ਕਰਾਂਗੇ। ਉਹ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਨੇ, ਉਹ ਤਾਂ ਸਟੇਟ ਵਾਲੇ ਵੀ ਇਹਨਾਂ ਦੇ ਮਿਨਿਸਟਰ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਤੌਖਲੇ ਦੂਰ ਕਰਾਂਗੇ। ਉਹਦੇ ਨਾਲ ਵੀ ਗੱਲ ਨਹੀਂ ਬਣਦੀ। ਤਾਂ ਜੇ ਸਿੰਸੈਰਿਟੀ ਹੁੰਦੀ ਤਾਂ ਫਿਰ ਇਹਨਾਂ ਨੂੰ ਥੋੜ੍ਹਾ ਬਹੁਤਾ ਨਾ ਇਸ ਨੂੰ ਵਜ਼ਨ ਪਾਉਣਾ ਚਾਹੀਦਾ ਸੀ। ਇਹ ਵੀ ਜਿਹੜਾ ਡਾਇਲੋਗ ਸ਼ੁਰੂ ਕੀਤਾ ਮੋਦੀ ਨੇ, ਇਹ ਵੀ ਕੋਈ ਐਵੇਂ ਨਹੀਂ ਕਰ ਲਿਆ ਹੈਗਾ। ਪੰਜਾਬ ਸਾਡੀ ਬਾਰਡਰ ਸਟੇਟ ਹੈਗੇ ਆ, ਔਰ ਮੋਦੀ ਇਸ ਗੱਲ ਦੇ ਸੈਂਟਰ ਗੌਰਮੈਂਟ ਕਦੇ ਵੀ ਖਤਰਾ ਮੁੱਲ ਨਹੀਂ ਲੈ ਸਕਦੀ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ, ਕਿ ਇਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾਏਗਾ। ਜੇ ਪ੍ਰੈਸ਼ਰਾਈਜ਼ ਕਰੇਗਾ ਸੈਂਟਰ ਇਸ ਅੰਦੋਲਨ ਨੂੰ, ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਗੜਬੜ ਹੋ ਸਕਦੀ, ਉਹਦੇ ਵਿੱਚ ਖਰਾਬ ਹੋ ਸਕਦਾ ਮਾਹੌਲ। ਸਾਡੇ ਚੀਫ ਮਿਨਿਸਟਰ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮੋੜਾ ਲੈ ਸਕਦਾ ਮਾਹੌਲ ਕਿਸੇ ਪਾਸੇ ਵੀ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਵਾਨੀ ਹੈ ਜਿਹੜੀ ਉਹ ਇਸ ਅੰਦੋਲਨ ਦੇ ਵਿੱਚ ਜੁੜੀ ਹੋਈ ਹੈ। ਤਾਂ ਇਸ ਗੱਲ ਨੂੰ ਸਮਝਦੇ ਹੋਏ ਕਿ ਬਾਰਡਰ ਸਟੇਟ ਹੈ, ਕਿ ਸਾਨੂੰ ਕੁਛ ਨਾ ਕੁਛ ਠੰਡਾ ਛਿੜਕਣਾ ਚਾਹੀਦਾ, ਜਾਂ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਹੋ ਸਕਦਾ ਕਿ ਕਿਸਾਨ ਧਿਰਾਂ ਨੂੰ ਅਸੀਂ ਇੱਕ ਡਾਇਲੋਗ 'ਤੇ ਲੈ ਕੇ ਆਈਏ, ਕਿਉਂਕਿ ਉਹਨਾਂ ਨੇ ਆਪਣੀ ਤਰਫੋਂ ਵੀ ਸੱਚੇ ਹੋਣਾ ਹੈ ਨਾ। ਉਹਨਾਂ ਨੇ ਇਹ ਇੱਕ ਮੈਸੇਜ ਵੀ ਦੇਣਾ ਹੈ ਕੰਟਰੀ ਨੂੰ ਜਾਂ ਕਿਸਾਨਾਂ ਨੂੰ ਕਿ ਅਸੀਂ ਡਾਇਲੋਗ ਲਈ ਤਿਆਰ ਹਾਂ। ਇੱਕ ਸੁਨੇਹਾ ਦੇਣਾ ਚਾਹੁੰਦੇ ਨੇ, ਇੱਕ ਖਾਨਾ ਪੂਰਤੀ ਕਰਨਾ ਚਾਹੁੰਦੇ ਨੇ, ਪਰ ਉਹਦੇ ਵਿੱਚ ਇਮਾਨਦਾਰੀ ਨਹੀਂ ਹੈਗੀ। ਪਹਿਲਾਂ ਕਿਹੜਾ ਕਿਸਾਨ ਨਹੀਂ ਦਿੱਲੀ ਦੇ ਵਿੱਚ ਆਏ? ਤੁਹਾਡੇ ਯਾਦ ਹੋਏ ਮਹਾਰਾਸ਼ਟਰ ਦਾ ਇੱਕ ਲੌਂਗ ਮਾਰਚ ਹੋਇਆ ਸੀ ਕਿਸਾਨਾਂ ਦਾ, ਦੇਖੋ ਉਹਦਾ ਕੀ ਰਿਜ਼ਲਟ ਨਿਕਲਿਆ। ਤਮਿਲਨਾਡੂ ਦੇ ਕਿਸਾਨ ਤਾਂ ਕਿੰਨੇ ਵਾਰੀ ਉੱਥੇ ਜਿਹੜੇ ਸੁਸਾਈਡ ਕਿਸਾਨ ਕਰ ਜਾਂਦੇ ਨੇ, ਖੋਪੜੀਆਂ ਲੈ ਕੇ ਬੈਠੇ ਨੇ, ਕਦੇ ਕੋਈ ਗੱਲ ਨਹੀਂ ਚਲਾਈ। ਅਤੇ ਅੱਜ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦੁਪਹਿਰ ਵਕਤ ਅੱਜ ਰਾਜਨਾਥ ਸਿੰਘ ਸਾਡੇ ਜਿਹੜੇ ਡਿਫੈਂਸ ਮਿਨਿਸਟਰ ਨੇ, ਔਰ ਸਾਡੇ ਨਰਿੰਦਰ ਸਿੰਘ ਤੋਮਰ ਮਿਨਿਸਟਰ ਨੇ ਜਿਹੜੇ, ਇਹਨਾਂ ਦੋਨਾਂ ਨੇ ਰਾਜਸਥਾਨ, ਹਰਿਆਣਾ ਔਰ ਪਲੱਸ UP ਦੇ ਕੁਝ 94 ਜਿਹੜੇ ਕਿਸਾਨ ਨੇ, 10-12 ਕਿਸਾਨ, ਉਹਨਾਂ ਨਾਲ ਮੀਟਿੰਗ ਕੀਤੀ ਹੈ। ਜੇ ਉਹਨਾਂ ਨਾਲ ਮੀਟਿੰਗ ਕਰ ਸਕਦੇ ਨੇ ਤਾਂ ਪੰਜਾਬ ਦੇ ਕਿਸਾਨਾਂ ਨਾਲ ਕਿਉਂ ਨਹੀਂ? ਤਾਂ ਇੱਕ ਪੱਖ ਤਾਂ ਇਹਦਾ ਇਹ ਹੈ ਉਹਨਾਂ ਦੇ ਸੱਦਾ ਦੇਣ ਦਾ, ਕਿਉਂਕਿ ਪੰਜਾਬ ਤਾਂ ਸਾਰਾ ਇੱਕ ਤਰ੍ਹਾਂ ਦਾ ਕਹਿ ਲਈਏ ਵੀ ਤਤੀ ਤਵੀ 'ਤੇ ਬੈਠਾ, ਕਿਉਂਕਿ ਮਾਹੌਲ ਹੁਣ ਸੁਖਾਵਾਂ ਨਹੀਂ ਪੰਜਾਬ ਦਾ ਜਿਹੜਾ ਹੈਗਾ, ਲੋਕਾਂ 'ਚ ਇੱਕ ਹਰਖ ਹੈਗਾ। ਚਾਹੇ ਵਾਢੀ ਦਾ ਸੀਜ਼ਨ ਹੈ, ਇਹਦੇ ਬਾਵਜੂਦ ਵੀ ਇੰਨੀ ਭਰਵੀਂ ਗਿਣਤੀ ਦੇ ਵਿੱਚ ਕਿਸਾਨਾਂ ਦਾ ਆਉਣਾ, ਬੱਚਿਆਂ ਦਾ ਆਉਣਾ, ਬਜ਼ੁਰਗਾਂ ਦਾ ਆਉਣਾ, ਪੂਰੀ ਦੀ ਪੂਰੀ ਫੈਮਲੀਆਂ ਆ ਰਹੀਆਂ ਅੰਦੋਲਨ ਦੇ ਵਿੱਚ। ਤਾਂ ਇਸ ਨੂੰ ਥੋੜ੍ਹਾ ਜਿਹਾ ਸੰਜੀਦਗੀ ਨਾਲ ਲੈਣ ਦੀ ਲੋੜ ਹੈਗਾ। ਦੂਸਰੀ ਤਰਫ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਕਿਸਾਨ ਧਿਰਾਂ ਨੇ ਰੱਦ ਕਰ ਦਿੱਤਾ ਹੈਗਾ, ਅੱਜ ਚੰਡੀਗੜ੍ਹ ਦੇ ਵਿੱਚ 31 ਕਿਸਾਨ ਧਿਰਾਂ ਦੀ ਜਿਹੜੀ ਮੀਟਿੰਗ ਹੋਈ ਹੈ, ਬੜੀ ਲੰਬੀ ਉਹਦੇ ਵਿੱਚ ਚਰਚਾ ਹੋਈ ਹੈ। ਤਾਂ ਉਸ ਚਰਚਾ ਦੇ ਵਿੱਚ ਇਹ ਰਿਜ਼ਲਟ ਕੱਢਿਆ ਗਿਆ ਕਿ ਸੈਂਟਰ ਨੇ ਸਿਰਫ ਇੱਕ ਤਰ੍ਹਾਂ ਦਾ ਇੱਕ
ਆਪਣੇ ਅੰਦੋਲਨ ਨੂੰ ਪੰਚਰ ਕਰਨ ਦੇ ਲਈ ਆਪਾਂ ਕਹਿ ਦਈਏ, ਹੈ ਨਾ। ਉਹਨੂੰ ਲੱਗਦਾ ਹੈ ਕਿ ਨਾ ਦੇਖ ਲਓ ਕਿ ਕਿਹੜੇ ਟਿਊਬਲੈਸ ਹੈ, ਕਿਹੜੇ ਕਿਵੇਂ ਆ, ਥੋੜ੍ਹਾ ਜਿਹਾ, ਹੈ ਨਾ, ਕਿ ਕਿਤੇ ਨਾ ਕਿਤੇ ਉਹਨਾਂ ਨੂੰ ਹੁੰਦਾ ਵਿਗਾੜ ਖੜਾ ਕਰੀਏ। ਮੂਵਮੈਂਟ ਨੂੰ ਲੀਹੋਂ ਲਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਪੈਂਤੜੇ ਲਏ ਜਾਂਦੇ ਨੇ। ਚਰਚਾ ਤਾਂ ਹੁਣ ਇਹ ਵੀ ਚੱਲੀ ਸੀ ਕਿ ਜਿਹੜਾ ਲੱਖੋਵਾਲ ਗਰੁੱਪ ਆ ਸੁਪਰੀਮ ਕੋਰਟ ਅਚਾਨਕ ਕਿਉਂ ਚਲਾ ਗਿਆ, ਚਾਹੇ ਉਹ ਵਾਪਸ ਆ ਗਏ ਪਰ ਚਰਚਾ 'ਚ ਤਾਂ ਆਏਗਾ ਨਾ। ਤਾਂ ਸੈਂਟਰ ਨੂੰ ਵੀ ਇਹ ਸੀਗੇ ਕਿ ਚਲੋ ਇੱਕ ਵਾਰੀ ਗੇਂਦ ਸੱਟ ਕੇ ਦੇਖੋ ਕੀ ਬਣਦਾ ਹੈਗਾ। ਪਰ ਸਾਡੀਆਂ ਵੀ ਜਿਹੜੀਆਂ ਕਿਸਾਨ ਧਿਰਾਂ ਕਈ ਤਾਂ ਉਹ ਕਿਹੜਾ ਕੱਚੀਆਂ ਗੋਲੀਆਂ ਖੇਡੀਆਂ ਨੇ। ਨਾਲੇ ਪੰਜਾਬ ਮਤਲਬ ਗੁੜ ਦੀ ਰੋੜੀ ਥੋੜ੍ਹੇ ਵੀ ਜਿਹੜਾ ਜੀ ਕੀਤਾ ਚੱਕ ਕੇ ਮੂੰਹ 'ਚ ਪਾ ਲੂਗਾ। ਪੰਜਾਬ ਦਾ ਇੱਕ ਆਪਣਾ ਕਲਚਰ ਹੈ, ਆਪਣਾ ਇਤਿਹਾਸ ਰਿਹਾ ਹੈ। ਚਾਹੇ ਸਾਡਾ ਸਟੇਟ ਪੋਲੀਟੀਕਲੀ ਜਾਂ ਭੂਗੋਲਿਕ ਤੌਰ 'ਤੇ ਬੜਾ ਛੋਟਾ ਹੈਗਾ, ਪਰ ਇਹਦੀਆਂ ਪ੍ਰਾਪਤੀਆਂ ਬੜੀਆਂ ਵੱਡੀਆਂ ਨੇ। ਤਾਂ ਕਿਸਾਨ ਧਿਰਾਂ ਨੇ ਇਹ ਗੱਲ ਇਸੇ ਕਰਕੇ ਰੱਦ ਕਰ ਦਿੱਤੀ ਕਿ ਅਸੀਂ ਕਾਨੂੰਨਾਂ ਨੂੰ ਤਾਂ ਸਮਝ ਚੁੱਕੇ ਹਾਂ। ਤੁਸੀਂ ਸਾਨੂੰ ਸਮਝਾਉਣ ਲਈ ਸੈਕਟਰੀ ਜਿਹੜਾ ਸੰਜੇ ਅਗਰਵਾਲ ਹੈ ਐਗਰੀਕਲਚਰ ਦਾ, ਉਹਨੇ ਇੱਕ ਸਿੰਗਲ ਮੈਂਬਰ ਹੈ ਜਿਹੜਾ ਉਹ ਕਰ ਰਿਹਾ ਮੀਟਿੰਗ, ਅਤੇ ਉਹ ਤਾਂ ਸਾਨੂੰ ਪਤਾ ਹੈਗਾ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਰੱਦ ਕੀਤੇ ਜਾਣ ਤੋਂ ਇਹ ਲੱਗਦਾ ਕਿ ਪੰਜਾਬ ਦੀਆਂ ਜਿਹੜੀਆਂ ਕਿਸਾਨ ਧਿਰਾਂ ਨੇ ਹੁਣ ਲੰਬੀ ਲੜਾਈ ਲੜਨ ਦੇ ਰੌਂਅ ਦੇ ਵਿੱਚ ਨੇ। ਹੁਣ ਮਤਲਬ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਅਣਮਿੱਥੇ ਸਮੇਂ ਲਈ ਜਿਹੜਾ ਰੇਲ ਅੰਦੋਲਨ ਹੈ ਉਹ ਤਾਂ ਆਤਿਸ਼ ਚੱਲ ਹੀ ਰਿਹਾ ਹੈਗਾ, ਪਰ ਉਸ ਤੋਂ ਬਿਨਾਂ ਆਉਣ ਵਾਲੇ ਦਿਨਾਂ 'ਚ ਮੈਨੂੰ ਇਹ ਲੱਗਦਾ ਕਿ ਇਹ ਵੀ ਹੋ ਸਕਦਾ ਕਿ ਜਿਹੜੀ ਭਾਜਪਾ ਦੇ ਆਗੂ ਹੈ ਉਹਨਾਂ ਦੀ ਜਿਹੜੀ ਘੇਰਾਬੰਦੀ ਉਹ ਜ਼ਿਆਦਾ ਸਖਤ ਹੋ ਸਕਦੀ ਹੈ। ਮਤਲਬ ਮੁਹਾਂਦਰਾ ਜਿਹੜਾ ਇਹਦਾ ਉਹ ਚੇਂਜ ਹੋਏਗਾ, ਸ਼ੇਪ ਚੇਂਜ ਹੋਏਗੀ ਆਉਣ ਵਾਲੇ ਦਿਨਾਂ 'ਚ। ਚਰਨਜੀਤ, ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕਿਸਾਨ ਅੰਦੋਲਨਾਂ ਦੇ ਬਾਰੇ, ਤਾਂ ਮੁੱਖ ਧਿਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਤਾਂ ਹਾਕਮ ਧਿਰ ਜਿਹੜਾ ਹੁਣੀ 3 ਦਿਨਾਂ ਟਰੈਕਟਰ ਮਾਰਚ ਕੱਢ ਕੇ ਹਟੀ ਹੈ, ਜਿਹਦੀ ਕਿ ਅਗਵਾਈ ਰਾਹੁਲ ਗਾਂਧੀ ਨੇ ਕੀਤੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੀ ਟਰੈਕਟਰ ਮਾਰਚ ਕੱਢ ਕੇ ਹਟਿਆ, ਆਮ ਆਦਮੀ ਪਾਰਟੀ ਨੇ ਵੀ ਟਰੈਕਟਰ ਮਾਰਚ ਕੱਢੇ। ਤੁਹਾਨੂੰ ਐਂ ਨਹੀਂ ਲੱਗਦਾ ਵੀ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਅਤੇ ਹੋਰ ਰਾਜਨੀਤਿਕ ਦਲ ਟਰੈਕਟਰ ਮਾਰਚ ਕੱਢ ਕੇ ਆਪਣੀ ਡਿਊਟੀ ਖਤਮ ਕਰਨਾ ਚਾਹੁੰਦੇ ਨੇ? ਇਹਦੇ ਨਾਲ ਹੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਜਿਹੜਾ ਹੈਗੇ ਫੈਸਲੇ ਲੈਣ 'ਚ ਆਪਣਾ ਫਰਜ਼ ਕਿੰਨਾ ਕੁ ਨਿਭਾ ਸਕੀ ਹੈ। ਇਹ ਤਾਂ ਤੁਸੀਂ ਇੱਕ ਬਿਆਨ ਤੋਂ ਜਾਣ ਸਕਦੇ ਹੋ ਕਿ ਸਰਕਾਰ ਦੀ ਮਨਸ਼ਾ ਕੀ ਹੈਗੀ ਹੈ। ਸਾਡੇ ਚੀਫ ਮਿਨਿਸਟਰ ਨੇ ਕਿਹਾ ਜਾਂ ਹੋਰ ਆਗੂਆਂ ਨੇ ਵੀ ਕਿਹਾ ਟਰੈਕਟਰ ਮਾਰਚ 3 ਦਿਨ ਰਾਹੁਲ ਗਾਂਧੀ ਜੀ ਇੱਥੇ ਰਹੇ ਟਰੈਕਟਰ 'ਤੇ, ਠੀਕ ਹੈ, ਖੇਤੀ ਬਚਾਓ ਯਾਤਰਾ ਜਿਹਦਾ ਨਾਮ ਦਿੱਤਾ ਗਿਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕਾਲੇ ਕਾਨੂੰਨਾਂ ਤੋਂ ਬਚਣਾ ਹੈ ਤਾਂ ਰਾਹੁਲ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਓ। ਇਹੀ ਹੈਗਾ ਨਾ। ਉਹਦੇ ਨਾਲ ਸਾਨੂੰ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਸਟੇਟ ਗੌਰਮੈਂਟ ਦਾ ਜਿਹੜਾ ਮਾਰਚ ਸੀ ਉਹਦਾ ਮੇਨ ਮਨੋਰਥ ਕੀ ਸੀ। ਦੂਸਰੀ ਤਰਫ ਅਸੀਂ ਕਿਸਾਨ ਧਿਰਾਂ ਨਾਲ ਇੱਕ ਪ੍ਰੋਮਿਸ ਕੀਤਾ ਹੈ ਕਿ ਅਸੀਂ ਜਲਦੀ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ ਔਰ ਜਿਹੜੇ ਇਹ ਕਾਨੂੰਨ ਹੈ ਸੈਂਟਰ ਦੇ ਇਹਨਾਂ ਨੂੰ ਅਸੀਂ ਸੁਪਰੀਮ ਕੋਰਟ 'ਚ ਚੈਲੰਜ ਕਰਾਂਗੇ। ਤਾਂ ਸਟੇਟ ਗੌਰਮੈਂਟ ਨੇ ਆਪਣੀ ਪੂਰੀ એનર્ਜੀ 3 ਦਿਨ ਉਹ ਪੰਜਾਬ ਦੇ ਪਿੰਡਾਂ 'ਚ ਲਾ ਦਿੱਤੀ। ਰਾਹੁਲ ਗਾਂਧੀ ਦਾ ਜਿਹੜਾ ਟਰੈਕਟਰ ਮਾਰਚ ਹੈ ਉਸ ਨੂੰ ਸਫਲ ਬਣਾਉਣ ਦੇ ਲਈ ਉਹ 3 ਦਿਨਾਂ ਦੇ ਵਿੱਚ ਚੰਗਾ ਹੁੰਦਾ, ਕਿਉਂਕਿ ਵਿਪਤਾ ਦਾ ਟਾਈਮ ਹੈਗਾ ਨਾ, ਪਲ ਪਲ ਸਹਾਈ ਹੁੰਦਾ ਹੈ। ਤਾਂ ਇਸ ਵਿਪਤਾ ਦੇ ਟਾਈਮ ਦੇ ਵਿੱਚ, ਸੰਕਟ ਦੀ ਘੜੀ ਦੇ ਵਿੱਚ ਚੰਗਾ ਹੁੰਦਾ ਜੇ ਸਟੇਟ ਗੌਰਮੈਂਟ ਆਪਣਾ ਸੈਸ਼ਨ ਦਾ ਕੋਈ ਮੂੰਹ ਸਿਰ ਬਣਾਉਂਦੀ ਕਿ ਕਿਵੇਂ ਇਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ, ਕੋਈ ਅਲਟਰਨੇਟਿਵ ਤਲਾਸ਼ਦੀ, ਜਾਂ ਅਸੀਂ ਜਿਹੜੇ ਸਾਡੇ ਕਾਨੂੰਨੀ ਮਾਹਰ ਹੈ ਉਹਨਾਂ ਨਾਲ ਮਸ਼ਵਰੇ ਕਰਦੀ। ਪਰ ਪਤਾ ਲੱਗੇ ਕਿ ਅੱਜ ਚੀਫ ਮਿਨਿਸਟਰ ਕਰ ਰਹੇ ਨੇ, ਪਰ ਅਸੀਂ 3 ਦਿਨ ਦਾ ਸਮਾਂ ਤਾਂ ਅਜਾਈ ਕੀਤਾ ਕਿ ਨਾ। ਅਸੀਂ ਪਹਿਲ ਉਹਨਾਂ ਦਿਨਾਂ ਦੇ ਵਿੱਚ 3 ਦਿਨਾਂ 'ਚ ਦਿੱਤੀ, ਆਪਣੀ ਪਾਰਟੀ ਨੂੰ ਪਹਿਲ ਦਿੱਤੀ, ਰਾਹੁਲ ਗਾਂਧੀ ਨੂੰ, ਪਾਰਟੀ ਪ੍ਰੈਜ਼ੀਡੈਂਟ ਨੂੰ। ਸਾਡੇ ਚੀਫ ਮਿਨਿਸਟਰ ਬੜੇ ਟਾਈਮ ਤੋਂ ਬਾਅਦ ਜਿਹੜੇ ਨਿਕਲੇ ਸੀਗੇ, ਪਹਿਲਾਂ ਜਾਂ ਉਹਦੇ ਖਟਕਲ ਕਲਾਂ ਗਏ ਸੀਗੇ, ਜਾਂ 3 ਦਿਨ ਹੁਣ ਪੰਜਾਬ 'ਚ ਲੰਬਾ ਟਾਈਮ ਉਹ ਗੁਜ਼ਰੇ ਨੇ, ਪਟਿਆਲਾ ਵੀ ਲੰਬੇ ਟਾਈਮ ਬਾਅਦ ਗਏ ਨੇ। ਤਾਂ ਸਟੇਟ ਗੌਰਮੈਂਟ ਵੀ ਉਹਨੂੰ ਲੱਗਦਾ ਹੈਗਾ ਕਿ ਚਲੋ ਜੀ ਖੇਤੀ ਕਾਨੂੰਨ ਆ ਗਏ ਨੇ ਅਤੇ ਹੁਣ ਆਪਣੀ ਜ਼ਿੰਮੇਵਾਰੀ ਤੋਂ ਅਸੀਂ ਸੁਰਖਰੂ ਹੋ ਗਏ, ਅਸੀਂ ਟਰੈਕਟਰ ਮਾਰਚ ਵੀ ਕਰਤਾ, ਕੱਲ੍ਹ ਨੂੰ ਰੱਦ ਵੀ ਕਰ ਦੇਣਗੇ, ਵਿਧਾਨ ਸਭਾ 'ਚ ਮਤਾ ਵੀ ਪਾਸ ਕਰ ਦੇਣਗੇ, ਠੀਕ ਹੈ, ਸੁਪਰੀਮ ਕੋਰਟ ਵੀ ਫਾਈਲ ਕਰ ਦੇਣਗੇ। ਉਹਨੂੰ ਲੱਗੇਗਾ ਕਿ ਸਾਡੀ ਡਿਊਟੀ ਹੈ ਖਤਮ ਹੋ ਗਈ ਹੈ। ਪਰ ਜਵਾਬਦੇਹੀ ਇੱਥੇ ਸਟੇਟ ਗੌਰਮੈਂਟ ਦੀ ਵੀ ਹੋਣੀ ਹੈ, ਕਿਉਂਕਿ ਸਟੇਟ ਗੌਰਮੈਂਟ ਜਿਸ ਤਰ੍ਹਾਂ ਬਾਕੀ ਸਟੇਟ ਗੌਰਮੈਂਟਾਂ ਕਰਦੀਆਂ ਨੇ, ਉਹਨਾਂ ਕੋਲ ਬੜੇ ਚੈਨਲ ਹੁੰਦੇ। ਇਹ ਤਾਂ ਨਹੀਂ ਕਿ ਇਕੱਲਾ ਵੀ ਇੱਕੋ ਹੀ ਤੁਸੀਂ ਇਕੱਲੇ ਖੇਤੀ ਕਾਨੂੰਨ ਹੀ ਸਾਰਾ ਕੁਛ ਹੈਗੇ ਨੇ। ਸਟੇਟ ਗੌਰਮੈਂਟ ਦੀ ਆਪਦੀ ਵੀ ਰਿਸਪੌਂਸਿਬਿਲਿਟੀ ਹੈ ਜਿਹੜੀ ਉਹ ਦੇਖੀ ਜਾਣੀ ਹੈਗੀ ਹੈ। ਜਿਸ ਤਰ੍ਹਾਂ ਇੱਕ ਪਿੱਛੇ ਹੁਣ ਥੋੜ੍ਹੇ ਜਿਹੇ ਜਿਵੇਂ ਨਵਜੋਤ ਸਿੱਧੂ ਨੇ ਉਸ ਦਿਨ ਸਟੇਜ ਤੋਂ ਕਿਹਾ ਕਿ ਜੀ ਸਟੇਟ ਗੌਰਮੈਂਟ MSP 'ਤੇ ਫਸਲ ਹੈ ਜਿਹੜੀ ਪਰਚੇਜ ਕਰੇ, ਜਾਂ ਇੱਕ ਇਹ ਗੱਲ ਵੀ ਚੱਲ ਰਹੀ ਹੈ ਕਿ ਹਿਮਾਚਲ ਦੇ ਵਿੱਚ ਜਿਹੜਾ ਸੇਬ ਹੈ ਉਹ ਸਰਕਾਰੀ ਭਾਅ 'ਤੇ ਖਰੀਦਿਆ ਜਾ ਰਿਹਾ। ਇਹ 'ਚ ਆਤਿਸ਼ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਆਪਾਂ ਸਾਂਝੀ ਕਰਨੀ ਚਾਹਾਂਗੇ ਕਿ ਸਟੇਟਮੈਂਟ ਜਿਹੜੀ ਕੋਈ ਰਿਲੀਫ ਦੇ ਸਕਦੀ ਹੈ, ਜਿਹੜੀ ਸਟੇਟ ਗੌਰਮੈਂਟ ਦੇ ਹੱਥ ਦੇ ਵਿੱਚ ਹੈਗੇ ਆ। ਜਦੋਂ ਬਾਕੀ ਸਟੇਟਾਂ ਕਰ ਰਹੀ ਹੈ ਤਾਂ ਸਾਡੀ ਸਟੇਟ ਵੀ ਕਰ ਰਹੀ ਹੈ। ਇੱਕ ਸਾਡੀ ਕਿਉਂਕਿ ਮਾਰਕੀਟਿੰਗ ਇੰਟਰਵੈਂਸ਼ਨ ਸਕੀਮ ਹੈ ਸੈਂਟਰ ਗੌਰਮੈਂਟ ਦੀ। ਉਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਸਟੇਟ ਗੌਰਮੈਂਟ ਜਦੋਂ ਉਹਨੂੰ ਲੱਗਦਾ ਕਿ ਸਾਡੇ ਸਟੇਟ ਦੇ ਵਿੱਚ ਜਿਹੜਾ ਅਨਾਜ ਹੈ, ਫਲ ਹੈ, ਕੋਈ ਵੀ ਉਹਦਾ ਇੱਕ ਫਿਕਸ ਪ੍ਰਾਈਸ ਕਰਕੇ ਜਾਂ ਲਾਗਤ ਮੁੱਲ ਤੋਂ ਉਹਦਾ ਭਾਅ ਜਿਹੜਾ ਹੇਠਾਂ ਡਿੱਗ ਪਿਆ, ਤਾਂ ਉਹ ਸੈਂਟਰ ਗੌਰਮੈਂਟ ਨੂੰ ਸਟੇਟ ਗੌਰਮੈਂਟ ਹੈ ਜਿਹੜੀ ਲੈਟਰ ਲਿਖ ਸਕਦੀ ਹੈ
ਕਿ ਸਾਡੇ ਇਸ ਕਿਸਮ ਦੇ ਹਾਲਾਤ ਹੈ। ਜਿਵੇਂ ਹਿਮਾਚਲ ਗਵਰਨਮੈਂਟ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਸਾਡਾ ਸੇਬ ਹੈ ਜਿਹੜਾ ਉਹ ਬਿਲਕੁਲ ਨੀਵਾਂ ਗਿਰ ਗਿਆ ਉਸਦਾ ਭਾਅ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਗੈਪ ਹੁੰਦਾ ਹੈ, ਜਿਹੜਾ ਲਾਸ ਦਾ ਗੈਪ ਹੁੰਦਾ ਹੈ, ਉਹਨੂੰ ਵੀਅਰ ਕਰਦੇ ਆ ਸਟੇਟ ਗਵਰਨਮੈਂਟ 50% ਤੇ 50% ਸੈਂਟਰ ਗਵਰਨਮੈਂਟ ਉਹ 'ਚ ਹਿੱਸੇਦਾਰੀ ਪਾਉਂਦੀ ਹੈ। ਮਤਲਬ ਜਿਹੜਾ ਲਾਸ ਹੁੰਦਾ ਹੈ ਫਸਲ ਦਾ ਘੱਟ ਵਿਕਣ ਨਾਲ ਕਿਸਾਨ ਦੇ ਸਿਰ ਪੈਂਦਾ ਹੈ, ਉਹ ਦੁੱਖ ਹੈ ਜਿਹੜਾ ਦੋਨੇ ਤਰ੍ਹਾਂ ਬਣਾਉਂਦੀ ਹੈ। ਸਟੇਟ ਪਾਉਂਦੀ ਹੈ ਆਪਣੇ ਖਜ਼ਾਨੇ 'ਚੋਂ, ਕੋਈ ਸੈਂਟਰ ਪਾਉਂਦਾ ਹੈ। ਇਸ ਤਰ੍ਹਾਂ ਪਿਛਲੇ ਟਾਈਮ ਦੇ ਵਿੱਚ ਦੇਖੀ ਤਜਰਬਾ 9-10 ਸਟੇਟਾਂ ਨੇ ਇੱਦਾਂ ਕੀਤਾ ਹੈਗਾ। ਮਾਰਕੀਟਿੰਗ ਇੰਟਰਵੈਂਸ਼ਨ ਜਿਹੜੀ ਸਕੀਮ ਹੈ ਉਹਦੇ ਤਹਿਤ ਜਿਸ ਤਰ੍ਹਾਂ ਹਰਿਆਣਾ ਵੀ ਗਿਆ, ਹਰਿਆਣੇ ਦੇ ਵਿੱਚ ਇੱਕ ਵਾਰੀ ਫਸਲ ਹੈ ਜਿਹੜੀ ਆਲੂ ਦੀ, ਗੋਭੀ ਵਗੈਰਾ ਬੜੀਆਂ ਗਿਰ ਗਈਆਂ ਸੀ, ਤਾਂ ਕੁਛ ਹਿੱਸਾ ਉਹਨਾਂ ਨੇ ਪਾਇਆ, ਕੁਛ ਕੇਰਲਾ ਨੇ, ਉੱਥੇ ਕਾਲੀ ਮਿਰਚ ਦਾ ਭਾਅ ਜਿਹੜਾ ਡਾਊਨਫਾਲ ਆ ਗਿਆ ਸੀ ਉਹਦੇ ਵਿੱਚ। ਵੈਸਟ ਬੰਗਾਲ ਦੇ ਵਿੱਚ ਯੂਪੀ ਗਵਰਨਮੈਂਟ ਨੇ ਆਲੂਆਂ ਦੇ ਮਾਮਲੇ ਦੇ ਵਿੱਚ ਇਸ ਸਕੀਮ ਦਾ ਜਿਹੜਾ ਫਾਇਦਾ ਲਿਆ ਹੈਗਾ। ਤੇ ਆਂਧਰਾ ਦੇ ਵਿੱਚ ਉੱਥੇ ਮਿਰਚ ਦੇ ਭਾਅ ਕਈ ਵਾਰੀ ਇੱਦਾਂ ਜਦੋਂ ਗਿਰ ਜਾਂਦੇ ਆ ਤਾਂ ਉਹ ਇਸ ਸਕੀਮ ਦੇ ਤਹਿਤ ਸੈਂਟਰ ਤੱਕ ਅਪਰੋਚ ਕਰਦੇ ਨੇ, ਤਾਂ ਸੈਂਟਰ ਵੀ ਉਹਦੇ ਵਿੱਚ ਫੰਡ ਦਿੰਦੀ ਹੈ ਤਾਂ ਸਟੇਟ ਵੀ ਦਿੰਦੀ ਹੈ। ਤਾਂ ਪੰਜਾਬ ਸਰਕਾਰ ਨੇ ਕਦੇ ਅਜਿਹਾ ਨਹੀਂ ਕੀਤਾ, ਕਿਉਂਕਿ ਮੈਨੂੰ ਤਾਂ ਇਹ ਲੱਗਦਾ ਕਿ ਸਟੇਟ ਗਵਰਨਮੈਂਟ ਆਪਣੀ ਜ਼ਿੰਮੇਵਾਰੀ ਤੋਂ ਵੀ ਪੱਲਾ ਝਾੜਦੀ ਹੈ। ਬਾਕੀ ਸਟੇਟ ਦੀ ਇੱਦਾਂ ਦੀ ਹਾਲਤ ਵੀ ਮਾਲੀ ਤੌਰ 'ਤੇ ਜਿਵੇਂ ਕਹੀ ਜਾਂਦੀ ਹੈ ਕਿ ਬਹੁਤੀ ਠੀਕ ਨਹੀਂ। ਹੁਣ ਤੁਸੀਂ ਆਤਿਸ਼ ਨਿਗਾਹ ਮਾਰ ਲਓ ਕਿ ਜਿੰਨੀਆਂ ਵੀ ਐਗਰੀਕਲਚਰ ਦੀਆਂ ਸਕੀਮਾਂ ਨੇ, ਨੈਸ਼ਨਲ ਫਲੈਗਸ਼ਿਪ ਪ੍ਰੋਗਰਾਮ ਨੇ ਜਿਹੜੇ, ਤਾਂ ਉਹਦੇ ਵਿੱਚ ਹਿੱਸੇਦਾਰੀ ਉਹਨੂੰ ਸਟੇਟ ਨੂੰ 40% ਦੇ ਕਰੀਬ ਕਰ ਦਿੱਤੀ। ਤਾਂ ਅੱਜ ਸਟੇਟ ਗਵਰਨਮੈਂਟ ਆਪਣਾ ਅੰਕੜਾ ਇਹ ਜਾਰੀ ਕਰੇ ਕਿ ਅਸੀਂ ਕਿੰਨੀਆਂ ਸਕੀਮਾਂ ਦੇ ਵਿੱਚ ਉਹ ਪੈਸਾ ਪਾਇਆ, ਆਪਣਾ ਸ਼ੇਅਰ ਮਨੀ ਪਾਇਆ ਹੈ। ਇਹ ਬਹੁਤੀਆਂ ਸਕੀਮਾਂ ਨੂੰ ਤਾਂ ਇਸ ਤਰ੍ਹਾਂ ਹੀ ਛੱਡ ਦਿੰਦੀ ਹੈ ਸਟੇਟ ਗਵਰਨਮੈਂਟ ਕਿ ਸਾਨੂੰ ਆਪਣੀ ਹਿੱਸੇਦਾਰੀ ਪਾਉਣੀ ਪਏਗੀ। ਤਾਂ ਇਹ ਸਟੇਟ ਗਵਰਨਮੈਂਟ ਇਕੱਲੇ ਟਰੈਕਟਰ ਮਾਰਚ ਨਾਲ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ, ਕਿਉਂਕਿ ਇਹਨੂੰ ਜਿਹੜੇ ਕਰਜ਼ੇ ਦੇ ਵਾਅਦੇ ਕੀਤੇ ਉਹ ਵੀ ਕਰਨੇ ਪੈਣਗੇ। ਜਿਹੜੇ ਸੁਸਾਈਡ ਵਿਕਟਮ ਫੈਮਲੀਜ਼ ਹੈ ਉਹਨਾਂ ਦੀ ਵੀ ਸਾਰ ਲੈਣੀ ਪਏਗੀ। ਠੀਕ ਹੈ, ਸਾਡੇ ਸਿਰ ਇੱਕ ਵੱਡੀ ਸੰਕਟ ਆਇਆ, ਸੰਕਟ ਦੇ ਵਿੱਚ ਕਿਸਾਨਾਂ ਦਾ ਜਿਹੜਾ ਸਾਰਾ ਧਿਆਨ ਹੈ, ਹੁਣ ਪ੍ਰਾਇਓਰਟੀ ਹੈ ਸਾਡੀ ਉਹ ਖੇਤੀ ਕਾਨੂੰਨ ਨੇ। ਤਾਂ ਦੂਸਰੀ ਤਰਫ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਹੈ, ਉਹਨਾਂ ਨੇ ਵੀ ਪਹਿਲਾਂ ਜਦੋਂ ਟਾਈਮ ਸੀ ਉਦੋਂ ਮਤਲਬ ਧਿਆਨ ਨਹੀਂ ਦਿੱਤਾ ਇਸ ਪਾਸੇ, ਤੇ ਜਦੋਂ ਸਿਰਾ ਪਈ ਤਾਂ ਫਿਰ ਸਾਰਾ ਕੁਝ ਅਸਤੀਫੇ ਵੀ ਹੋਏ, ਹਮਾਇਤ ਵਾਪਸੀ ਵੀ ਹੋਈ, ਤੇ ਹੁਣ ਜਿਵੇਂ ਕਹਿੰਦੇ ਆਪਾਂ ਲੀਕ ਕੁੱਟੀ ਜਾ ਰਹੀ ਹੈ, ਉਹ ਸਾਰੀ ਕੁੱਟ ਰਹੇ ਨੇ। ਚਰਨਜੀਤ ਜੀ, ਇੱਕ ਗੱਲ ਇਹ ਵੀ ਆ ਰਹੀ ਹੈ ਵੀ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਇਸ ਟਾਈਮ ਖਾਦ ਦੀ ਸਪਲਾਈ ਜਿਹੜੀ ਹੈਗੀ ਹੈ ਨਹੀਂ ਹੋ ਪਾ ਰਹੀ, ਇਸ ਟਾਈਮ ਪੰਜਾਬ 'ਚ ਖਾਦ ਨਹੀਂ ਪਹੁੰਚ ਰਹੀ ਹੈ, ਵੀ ਕਿ ਇਸ ਤਰ੍ਹਾਂ ਖਾਦ ਦਾ ਨਾ ਪਹੁੰਚਣਾ ਕੀ ਇਹ ਖੇਤੀਬਾੜੀ 'ਤੇ ਜਿਹੜਾ ਹੈਗਾ ਅਸਰ ਪਾਏਗਾ? ਕਿਸ ਤਰ੍ਹਾਂ ਦਾ ਅਸਰ ਰਹੇਗਾ ਇਸ 'ਤੇ? ਆਤਿਸ਼ ਇਹ ਹੈ ਵੀ ਦੇਖੋ, ਕਿਸਾਨ ਹੈ ਜਿਹੜੇ ਉਹ ਤਕਰੀਬਨ 24 ਤਰੀਕ ਤੋਂ ਰੇਲ ਮਾਰਗਾਂ 'ਤੇ ਬੈਠੇ ਨੇ। ਤਾਂ ਅੱਗੇ ਸਾਡਾ 25 ਅਕਤੂਬਰ ਤੋਂ ਜਿਹੜਾ ਕਣਕ ਦੀ ਬਜਾਂਦ ਵੀ ਸ਼ੁਰੂ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਸਾਨੂੰ ਫੌਰੀ ਹੈ ਜਿਹੜੀ DAP ਦੀ ਲੋੜ ਹੈਗੀ ਹੈ। ਤਾਂ ਸਰਕਾਰ ਕੋਲ ਜਿਹੜਾ ਇਸ ਵੇਲੇ ਭੰਡਾਰ ਹੈਗਾ ਉਹ 4 ਲੱਖ MT ਦਾ ਹੈਗਾ, ਤੇ ਇਹਨਾਂ ਨੂੰ 2 ਲੱਖ ਜਿਹੜੇ ਮੀਟ੍ਰਿਕ ਟਨ ਜਿਹੜੀ ਖਾਦ ਹੈ DAP ਉਹਦੀ ਹੋਰ ਲੋੜ ਹੈ, ਕਿਉਂਕਿ ਖਾਦ ਸਾਰੀ ਸਾਨੂੰ ਜਿਹੜੀ ਹੈਗੀ ਅਸੀਂ ਗੁਜਰਾਤ ਤੋਂ ਜਿਹੜੀ ਬੰਦਰਗਾਹ ਹੈ ਉੱਥੋਂ ਆਉਂਦੀ ਹੈ, ਵਿਦੇਸ਼ ਤੋਂ ਆਉਂਦੀ ਹੈ ਸਾਰੀ ਖਾਦ। ਇਸ ਕਰਕੇ ਉਹ ਜਿਹੜੇ ਰੈਕ ਹੈ ਉਹ ਆ ਨਹੀਂ ਰਹੇ। ਤਾਂ ਸਰਕਾਰ ਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਡਰ ਵੀ ਹੈਗਾ, ਜਿਸ ਤਰ੍ਹਾਂ ਚੀਫ ਮਿਨਿਸਟਰ ਨੇ ਅਪੀਲ ਵੀ ਕੀਤੀ ਸੀ ਕਿ ਕਿਸਾਨ ਥੋੜ੍ਹੇ ਲੀਨੀਅੰਟ ਹੋਣ ਕੇ ਜਿਹੜੇ ਮਾਲ ਗੱਡੀਆਂ ਉਹ ਆ ਸਕਣ। ਤਾਂ ਇਹ ਜ਼ਰੂਰ ਇੱਕ ਤਰ੍ਹਾਂ ਦਾ ਸੰਕਟ ਹੈ ਜਿਹੜਾ ਖੜਾ ਹੋਏਗਾ। ਦੂਸਰਾ ਇੱਕ ਆਤਿਸ਼ ਇਹ ਵੀ ਹੈਗਾ ਕਿ ਜਿਹੜੀ ਸਾਡੀ ਕਾਟਨ ਬੈਲਟ ਹੈ ਪੰਜਾਬ ਦੀ, ਉੱਥੇ ਵੀ ਇੱਕ ਨਵਾਂ ਤਰ੍ਹਾਂ ਚੀਜ਼ ਦਾ ਜਿਹੜਾ ਆਉਣ ਵਾਲੇ ਦਿਨਾਂ 'ਚ ਸੰਕਟ ਬਣ ਸਕਦਾ ਹੈਗਾ, ਜਿਹੜਾ ਲੱਗਦਾ ਹੈਗਾ ਉਹ ਇਹ ਹੈਗਾ ਕਿ ਜੂਨ ਮਹੀਨੇ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਇੱਕ ਲੈਟਰ ਜਾਰੀ ਕੀਤੀ ਹੈਗੀ ਹੈ। ਇਹਨਾਂ ਨੂੰ ਪਹਿਲਾਂ ਤਾਂ ਐਗਰੀਕਲਚਰ ਡਿਪਾਰਟਮੈਂਟਾਂ ਨੂੰ ਕੀਤੀ ਸੀ, ਮੁੜ ਕੇ ਇਹਨਾਂ ਨੂੰ ਜ਼ੁਬਾਨੀ ਜਿਹੜਾ ਹੈਗਾ ਕਿਹਾ ਹੈਗਾ ਤੁਹਾਡੇ CCI ਨੂੰ, ਜਿਹਨੂੰ ਭਾਰਤੀ ਕਪਾਹ ਨਿਗਮ ਕਹਿੰਦੇ, ਇਹਨਾਂ ਨੂੰ ਪਰਚੇਜ਼ ਬਾਰੇ ਕਿਹਾ ਕਿ ਤੁਸੀਂ ਆਪਣੀ ਪਰਚੇਜ਼ ਆ ਜਿਹੜੀ ਉਹ ਵਧਾ ਲਓ। ਤਾਂ ਪਿਛਲੀ ਵਾਰ ਜਿਵੇਂ CCI ਨੇ 35% ਪਰਚੇਜ਼ ਕੀਤੀ ਹੈ, ਤੇ ਜਿਹੜਾ ਸਾਡਾ ਚਾਈਨਾ ਨਾਲ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ 'ਚ ਮੈਨੂੰ ਥੋੜ੍ਹਾ ਜਿਹਾ ਭੁੱਲ ਗਿਆ ਸੀਗਾ ਕਿ ਚਾਈਨਾ ਨਾਲ ਜਿਹੜਾ ਸਾਡਾ ਕਨਫਲਿਕਟ ਚੱਲ ਰਿਹਾ ਹੈ, ਕਿਉਂਕਿ ਸਾਡੀ ਜਿਹੜੀ ਐਕਸਪੋਰਟ ਹੈ ਨਰਮੇ ਦੀ ਉਹ 20% ਸਭ ਤੋਂ ਜ਼ਿਆਦਾ ਐਕਸਪੋਰਟ ਹੈ ਜਿਹੜਾ ਚਾਈਨਾ ਨੂੰ ਕਰਦੇ ਆ, ਉਹ ਅਸੀਂ ਬੰਦ ਕਰ ਦਿੱਤੀ ਹੈਗੀ ਐਕਸਪੋਰਟ। ਇਹਦਾ ਕਰਕੇ ਹੁਣ ਸਾਡੇ ਕੋਲ ਜਿਹੜਾ ਪੁਰਾਣਾ ਸਟਾਕ ਪਿਆ ਉਹ ਤਕਰੀਬਨ ਇੰਡੀਆ ਕੋਲ 1 ਕਰੋੜ ਡੀਲਸ ਦਾ ਪਿਆ ਹੈਗਾ ਆਲਰੇਡੀ, ਕਿ ਜਿਹੜਾ ਪਹਿਲਾਂ ਨਾਰਮਲੀ 10-15 ਲੱਖ ਗੱਠਾਂ ਦਾ ਹੁੰਦਾ ਸੀਗਾ। ਤਾਂ ਮਾਰਕੀਟ ਦੇ ਵਿੱਚ ਭਾਅ ਹੈ ਜਿਹੜੇ ਪ੍ਰਾਈਵੇਟ ਟਰੇਡਰ ਹੈ ਉਹ ਐਤਕੀ ਭਾਅ ਨਹੀਂ ਦੇਗਾ। ਜਿਸ ਪਿਛਲੇ ਟਾਈਮ ਦੇ ਵਿੱਚ ਜਦੋਂ ਹੁਣ CCI ਤਾਂ 5 ਅਕਤੂਬਰ ਤੋਂ ਸ਼ੁਰੂ ਹੋਈ ਹੈ ਪਰਚੇਜ਼ ਕਰਨੀ, ਤਾਂ ਉਸ ਤੋਂ ਪਹਿਲਾਂ ਉਹ ਜਿਹੜਾ ਭਾਅ ਹੈ ਤਾਂਹੀਓ ਸਾਨੂੰ ਕਿਤੇ 4000 ਕਿਤੇ 4100 ਮਿਲਦਾ ਰਿਹਾ। ਤਾਂ ਹੁਣ ਆਉਣ ਵਾਲੇ ਦਿਨਾਂ 'ਚ ਮੇਰੀ ਵੀ CCI ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ, ਤਾਂ ਉਹ ਕਹਿ ਰਹੇ ਨੇ ਕਿ ਇਸ ਵਾਰ ਅਸੀਂ 80% ਹੈ ਜਿਹੜੀ ਫਸਲ ਖਰੀਦਣੀ ਹੈ। ਤਾਂ ਉਹਨਾਂ ਨੂੰ ਕਿਤੇ ਜਿਨ੍ਹਾਂ ਨੇ ਪਿਛਲੇ 6 ਸਾਲ ਪਿਛਲੇ ਸੀਜ਼ਨ ਤੱਕ ਖਰੀਦੀ 3.5 ਲੱਖ ਬੇਲਸ
ਐਤਕੀ ਉਹ 8 ਲੱਖ ਦੇ ਕਰੀਬ ਬੇਲਸ ਹੈ ਜਿਹੜੀਆਂ ਪੰਜਾਬ 'ਚ ਪਰਚੇਜ਼ ਕਰਨਗੇ। ਪਹਿਲਾਂ 6 ਸਾਲ CCI ਨੇ ਕਦੇ ਪਰਚੇਜ਼ ਹੀ ਨਹੀਂ ਸੀ ਕੀਤੀ। ਤਾਂ ਇਹ ਵੀ ਸੈਂਟਰ ਗਵਰਨਮੈਂਟ ਦਾ ਇੱਕ ਫੰਡਾ ਹੋ ਸਕਦਾ ਹੈ ਕਿ ਚਲੋ CCI ਐਤਕੀ ਥੋੜ੍ਹਾ ਲੀਨੀਅੰਟ ਹੋਵੇ ਅਤੇ ਵੱਧ ਤੋਂ ਵੱਧ ਪਰਚੇਜ਼ ਕਰੇ, ਤਾਂ ਕਿ ਲੋਕਾਂ ਨੂੰ, ਕਿਸਾਨਾਂ ਨੂੰ ਦਿਖਾਇਆ ਜਾ ਸਕੇ ਕਿ ਤੁਹਾਡੀ ਫਸਲ ਵੇਚਣ ਦੇ ਵਿੱਚ ਕੋਈ ਦਿੱਕਤ ਨਹੀਂ। ਪਰ ਅਲਟੀਮੇਟਲੀ ਇਹ ਇਸ ਗੱਲ ਨਾਲ ਫੈਸਲਾ ਨਹੀਂ ਹੋ ਜਾਣਾ ਜੇ ਇਕੱਲੇ ਫਸਲਾਂ ਦੇ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ, ਆਗੂ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਫੌਰੀ ਕੁਝ ਨਹੀਂ ਹੋਣ ਵਾਲਾ, 1-2 ਸਾਲ ਤੁਹਾਨੂੰ MSP ਦਿੱਤੀ ਜਾਏਗੀ, ਇਹ ਹੌਲੀ ਹੌਲੀ ਜਿਹੜਾ ਗੱਡੀ ਹੈ ਜਿਹੜੀ ਟਰੈਕ ਤੋਂ ਲਾਹੀ ਜਾਏਗੀ, ਹੈ ਨਾ, ਪਹਿਲਾਂ ਹੀ ਕਹਿ ਰਹੇ ਨੇ। ਪਰ ਇਸ ਮਸਲੇ ਦਾ ਸਾਨੂੰ ਇੱਕ ਸੰਜੀਦਾ ਹੱਲ ਕੱਢਣਾ ਪਏਗਾ ਅਲਟੀਮੇਟਲੀ ਤਾਂ, ਕਿਉਂਕਿ ਹੁਣ ਕਿਸਾਨ ਦਾ ਜਿਹੜਾ ਕਿਸਾਨ ਹੈਗਾ ਨਾ, ਉਹ ਟਿਕ ਕੇ ਬੈਠਣ ਵਾਲਾ ਨਹੀਂ ਜਿਹੜਾ ਲੱਗਦਾ ਹੈਗਾ। ਕਿਉਂਕਿ ਬਹੁਤ ਸਾਰੇ ਆਮ ਸਮਾਜ ਦੇ ਵਿੱਚ ਵੀ ਇਹੀ ਚਰਚਾ ਹੁੰਦੀ ਹੈ ਕਿ ਜਾਂ ਸਾਡੀਆਂ ਜਿਹੜੇ ਸਟੇਟ ਹੁੰਦੀ ਹੈ ਉਹਨੂੰ ਵੀ ਲੱਗਦਾ ਹੁੰਦਾ ਹੈ ਕਿ ਕਿਸਾਨ ਇੰਨਾ ਲੰਬਾ ਅੰਦੋਲਨ ਖਿੱਚ ਨਹੀਂ ਸਕਣਗੇ। ਪਰ ਜਿਹੜਾ ਹੁਣ ਵੀ ਅੱਜ ਵੀ ਅਨਾਊਂਸ ਹੋਇਆ ਅਣਮਿੱਥੇ ਸਮੇਂ ਲਈ ਗਿਆ, ਇਸ ਕਰਕੇ ਸਾਡੀ ਸੈਂਟਰ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਸਿੰਸਾਇਟੀ ਦਿਖਾਉਣੀ ਪਏਗੀ। ਕਿਉਂਕਿ ਜਿੰਨਾ ਚਿਰ ਅਸੀਂ ਕੋਈ ਗੱਲ ਨੀਅਤ ਨਾਲ ਨਹੀਂ ਕਰਦੇ, ਜਿਵੇਂ ਸੱਦੇ ਪੱਤਰ ਵਾਲੀ ਗੱਲ ਕਰਦੇ ਹਾਂ, ਜੇ ਨੀਅਤ ਨਾਲ ਤੈਅ ਹੁੰਦੀ ਸਾਰੀ ਗੱਲ ਤਾਂ ਰੱਦ ਨਹੀਂ, ਤਾਂ ਗੱਲਬਾਤ ਸ਼ੁਰੂ ਹੋਣੀ ਸੀਗੀ। ਤਾਂ ਨੀਅਤ ਤੋਂ ਮੈਂ ਤੁਹਾਨੂੰ ਇੱਕ ਗੱਲ ਯਾਦ ਸੁਣਾ ਕੇ ਆਪਣੀ ਗੱਲ ਖਤਮ ਕਰਾਂ, ਕਿਉਂਕਿ ਆਪਣਾ ਟਾਈਮ ਵੀ ਹੋ ਗਿਆ ਆਤਿਸ਼। ਇੱਕ ਵਾਰੀ ਬਾਦਸ਼ਾਹ ਜਹਾਂਗੀਰ ਕਸ਼ਮੀਰ ਗਿਆ ਅਤੇ ਉਸਨੂੰ ਅਚਾਨਕ ਪਿਆਸ ਲੱਗੀ, ਤਾਂ ਪਿਆਸ ਲੱਗਣ 'ਤੇ ਉਹ ਨੇੜੇ ਜਿਹੜਾ ਇੱਕ ਕੋਈ ਬਾਗ ਸੀ ਉੱਥੇ ਚਲਾ ਗਿਆ। ਉਸਨੇ ਮਾਲੀ ਨੂੰ ਕਿਹਾ ਕਿ ਜੀ ਤੁਸੀਂ ਮੈਨੂੰ ਇਸ ਤਰ੍ਹਾਂ ਪਿਆਸ ਲੱਗੀ ਹੈ, ਮੈਨੂੰ ਇੱਕ ਪਾਣੀ ਦਿਓ। ਮਾਲੀ ਨੇ ਕੀ ਕੀਤਾ ਕਿ ਉੱਥੇ ਅਨਾਰ ਇੱਕ ਤੋੜਿਆ, ਉਸਨੂੰ ਨਿਚੋੜਿਆ ਅਤੇ ਉਹਦਾ ਗਲਾਸ ਹੈ ਜਿਹੜਾ ਭਰ ਦਿੱਤਾ। ਅਤੇ ਮਹਾਰਾਜਾ ਆਪਣਾ ਬਾਦਸ਼ਾਹ ਜਹਾਂਗੀਰ ਨੇ ਪੀਤਾ, ਪਿਆਸ ਬੁਝਾਈ, ਅਤੇ ਉਹਨੂੰ ਲੱਗਿਆ ਕਮਾਲ ਹੈ। ਉਹਨੂੰ ਪੁੱਛਿਆ ਕਿ ਮਾਲੀ ਨੂੰ ਪੁੱਛਿਆ ਕਿ ਇੱਥੇ ਬਾਗਾਂ 'ਤੇ ਕੋਈ ਟੈਕਸ ਵਗੈਰਾ ਹੈ? ਉਹ ਕਹਿੰਦਾ ਨਹੀਂ, ਕੋਈ ਟੈਕਸ ਨਹੀਂ। ਉਹ ਕਹਿੰਦਾ ਜੀ ਪੈਦਾਵਾਰ ਕਿੰਨੀ ਹੁੰਦੀ? ਕਹਿੰਦਾ ਪੈਦਾਵਾਰ ਭਰਪੂਰ ਹੁੰਦੀ ਹੈ ਜੀ। ਤਾਂ ਉਹਦੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਆਪਾਂ ਇਹਨਾਂ ਬਾਗਾਂ 'ਤੇ ਟੈਕਸ ਲਾ ਦਈਏ। ਤਾਂ ਦੂਸਰੇ ਦਿਨ ਅਚਾਨਕ ਗੁਜ਼ਰਨ ਲੱਗਿਆ, ਤਾਂ ਉਹ ਗਿਆ ਅਤੇ ਉਹਨੂੰ ਕਿਹਾ ਜੀ ਕਿ ਮੈਨੂੰ ਪਿਆਸ ਲੱਗੀ ਹੈ ਅਤੇ ਮੈਨੂੰ ਤੁਸੀਂ ਪਿਲਾਓ। ਤਾਂ ਜਦੋਂ ਮਾਲੀ ਨੇ ਅਨਾਰ ਤੋੜਿਆ ਅਤੇ ਉਹ ਬਿਲਕੁਲ ਸੁੱਕਾ ਨਿਕਲਿਆ, ਤਾਂ ਉਹਨੇ 7-8 ਅਨਾਰ ਨਿਚੋੜੇ, ਉਸ ਤੋਂ ਬਾਅਦ ਉਹਦਾ ਗਲਾਸ ਭਰਿਆ। ਬਾਦਸ਼ਾਹ ਜਹਾਂਗੀਰ ਹੈਰਾਨ ਹੋ ਗਿਆ। ਉਹਨੇ ਸਵਾਲ ਕੀਤਾ ਕਿ ਜੀ ਦੇਖੋ, ਕੱਲ੍ਹ ਤਾਂ ਤੁਸੀਂ ਇੱਕ ਅਨਾਰ ਨਾਲ ਗਲਾਸ ਭਰ ਗਿਆ ਸੀ ਅਤੇ ਅੱਜ ਤੁਸੀਂ 7-8 ਅਨਾਰ ਹੈ ਜਿਹੜੇ ਉਹ ਨਿਚੋੜੇ ਹੈਗੇ ਨੇ ਅਤੇ ਫਿਰ ਭਰਿਆ, ਇਹ ਕੀ ਹੋ ਗਿਆ? ਉਹ ਕਹਿੰਦਾ ਜੀ ਵੀ ਸਾਡੇ ਜਿਹੜਾ ਬਾਦਸ਼ਾਹ ਹੈ ਨਾ, ਉਹਦੇ ਮਨ 'ਚ ਕਿਤੇ ਖੋਟ ਆ ਗਈ, ਉਹਦੀ ਨੀਅਤ 'ਚ ਕਿਤੇ ਬੇਈਮਾਨੀ ਆ ਗਈ, ਇਹ ਉਹਦਾ ਪ੍ਰਤਾਪ ਹੈ। ਤਾਂ ਬਾਦਸ਼ਾਹ ਨੇ ਸੋਚਿਆ ਵੀ ਇਹ ਤਾਂ ਬੜੀ ਗਲਤ ਗੱਲ ਹੋ ਗਈ। ਉਹ ਘਰ ਆਇਆ ਅਤੇ ਉਹਨੇ ਆ ਕੇ, ਉਹਨੂੰ ਲੱਗਿਆ ਕਿ ਸਾਰੇ ਬਾਗ ਹੀ ਸੁੱਕ ਜਾਣਗੇ ਇੱਦਾਂ ਤਾਂ ਉਹਨੇ ਘਰ ਆ ਕੇ ਨਮਾਜ਼ ਕੀਤੀ, ਨਮਾਜ਼ ਕਰਕੇ ਅੱਲਾਹ ਤੋਂ ਆਪਣੀ ਭੁੱਲ ਬਖਸ਼ਾਈ ਅਤੇ ਕਿ ਉਹਨੇ ਫੈਸਲਾ ਕੀਤਾ ਕਿ ਮੈਂ ਬਾਗਾਂ 'ਤੇ ਕੋਈ ਟੈਕਸ ਨਹੀਂ ਲਾਉਣਾ। ਅਤੇ ਦੂਸਰੇ ਦਿਨ ਜਦੋਂ ਉਹ ਗਿਆ ਫਿਰ ਬਾਗ 'ਚ, ਤਾਂ ਫਿਰ ਉਹਨੇ ਉਸੇ ਸਟਾਈਲ 'ਚ ਪਾਣੀ ਮੰਗਿਆ ਅਤੇ ਉਹਨੇ ਇੱਕ ਅਨਾਰ ਨਿਚੋੜਿਆ ਅਤੇ ਉਹ ਗਲਾਸ ਹੈ ਜਿਹੜਾ ਭਰ ਗਿਆ। ਅਤੇ ਬਾਦਸ਼ਾਹ ਹੈਰਾਨ ਹੋਇਆ ਅਤੇ ਉਹਨੇ ਪੁੱਛਿਆ ਕਿ ਇਹਦੀ ਵਜ੍ਹਾ? ਉਹ ਕਹਿੰਦਾ ਜੀ ਇਹ ਸਾਡੇ ਬਾਦਸ਼ਾਹ ਦੇ ਮਨ ਦੀਆਂ ਲਹਿਰਾਂ ਨੇ। ਕਦੇ ਉਹਨੇ ਮਨ ਦੇ ਵਿੱਚ ਕੋਈ ਚੰਗਾ ਫੁਰਨਾ ਫੁਰਿਆ, ਕੋਈ ਚੰਗੇ ਵਿਚਾਰ ਆ ਗਏ ਹੋਣਗੇ, ਕੋਈ ਚੰਗਾ ਫੈਸਲਾ ਲੈ ਲਿਆ ਹੋਣਾ, ਜਿਹਦੇ ਕਰਕੇ ਗਲਾਸ ਭਰ ਗਿਆ। ਸੋ ਜਿਵੇਂ ਪੰਜਾਬੀ 'ਚ ਕਹਿੰਦੇ ਕਿ ਨੀਤਾਂ ਨੂੰ ਮੁਰਾਦਾਂ ਨੇ, ਉਹਦਾ ਹੱਲ ਕਿ ਅਸੀਂ ਵੀ ਚਾਹੁੰਦੇ ਕਿ ਸਾਡੇ ਜਿਹੜੇ ਪੰਜਾਬ ਦੇ ਬਾਗ ਹੈ ਉਹ ਵੀ ਮਹਿਕਾਂ ਛੱਡਣ ਅਤੇ ਸਾਡੀ ਧਰਤੀ ਇਕੱਲੀਆਂ ਬਾਗਾਂ ਵਾਲੀ ਧਰਤੀ ਨਹੀਂ, ਜਾਂ ਆਪਾਂ ਕਦੀ ਫਸਲਾਂ ਨਹੀਂ ਦਿੰਦੀ। ਇੱਥੇ ਤਾਂ ਗਾਮੇ ਦਾਰੇ ਇਸ ਧਰਤੀ 'ਚੋਂ ਪੈਦਾ ਹੋਏ ਨੇ। ਨਾਲੇ ਆਤਿਸ਼ ਅਖੀਰ ਦੇ ਵਿੱਚ ਇੰਨਾ ਹੀ ਕਹਿਣਾ ਚਾਹਾਂਗੇ ਕਿ ਸਾਨੂੰ ਜਿਹੜੀ ਆਸ ਹੈ ਉਹ ਨਹੀਂ ਛੱਡਣੀ ਚਾਹੀਦੀ। ਕਹਿੰਦੇ ਨੇ ਕਿ ਆਸਾਵਾਦੀ ਜਿਹੜਾ ਮਨੁੱਖ ਹੁੰਦਾ ਹੈ ਉਹ ਮਰਦਾ ਵੀ ਗਾਉਂਦਾ ਹੈ, ਅਤੇ ਸੁੱਖ ਨਾ ਹੁਣ ਤਾਂ ਸਾਡੇ ਕਲਾਕਾਰ ਵੀ ਹੈ ਜਿਹੜੇ ਉਹ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਨੇ। ਲੱਗਦਾ ਹੈ ਕਿ ਕੋਈ ਚੰਗਾ ਰਿਜ਼ਲਟ ਨਿਕਲੇ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।